ਹੈਲੋ ਸਟੂਡੈਂਟਸ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਐਕਸਾਈਜ਼ ਇੰਸਪੈਕਟਰ ਦੇ ਉੱਪਰ। ਤੁਹਾਨੂੰ ਸਭ ਨੂੰ ਪਤਾ ਐਕਸਾਈਜ਼ ਇੰਸਪੈਕਟਰ ਦੀਆਂ 107 ਵੈਕੈਂਸੀਜ਼ ਆਊਟ ਹੋਣ ਜਾ ਰਹੀਆਂ ਨੇ, ਮੀਨਸ 107 ਵੈਕੈਂਸੀਜ਼ ਆਊਟ ਹੋਣ ਜਾ ਰਹੀਆਂ ਨੇ, ਠੀਕ ਹੈ। ਐਂਡ ਇਸ ਵੈਕੈਂਸੀਜ਼ ਲਈ ਕੀ ਤੁਹਾਡੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ, ਕੀ ਐਗਜ਼ਾਮ ਪੈਟਰਨ ਰਹਿਣ ਵਾਲਾ ਹੈ, ਕਿੰਨੀ ਏਜ ਰਹੇਗੀ, ਕਿਵੇਂ ਤੁਸੀਂ ਤਿਆਰੀ ਕਰ ਸਕਦੇ ਹੋ, A to Z ਆਪਾਂ डिस्कशन करांगे की पॉइंट्स होंगे मेन, ठीक है। चलो स्टार्ट करते हैं अपना अज का सैशन। सब तो पहला तुहानू सब नूं तुसीं देख लिया होगा 107 वैकेंसीज अपकमिंग वैकेंसीज एक्साइज इंस्पैक्टर दी आउट होने जा रही ने पंजाब दे विच, ठीक है। तो एक्साइज इंस्पैक्टर पंजाब दी एक वैकेंसीज बहुत ही इंपॉर्टेंट वैकेंसी, ठीक है। पटियाला इसका हैड ऑफिस तुहानू सब नूं पता है। तो इसकी क्वालिफिकेशन की रहने वाली है। लास्ट ईयर जो एग्जाम होया सी 2021 ਜਦੋਂ एक्साइज इंस्पैक्टर का एग्जाम होया ਸੀਗਾ, उस वारी की क्वालिफिकेशन सी ते हुण की रहने वाली है। क्वालिफिकेशन च कोई मेजर चेंज नहीं होने वाला, क्वालिफिकेशन बिल्कुल सेम रहेगी जिवें कि 2021 ਦੇ ਵਿੱਚ ਇਹਨਾਂ ਨੇ ਕੁਆਲੀਫਿਕੇਸ਼ਨ ਰੱਖੀ ਸੀ, ਗ੍ਰੈਜੂਏਸ਼ਨ ਰੱਖੀ ਸੀ, ਠੀਕ ਹੈ। ਉਸ ਤੋਂ ਇਲਾਵਾ ਇਹਨਾਂ ਨੇ ਕੰਪਿਊਟਰ ਸਰਟੀਫਿਕੇਟ ਰੱਖਿਆ ਸੀ, ਉਹੀ ਇਸ ਵਾਰ ਰੱਖਣ ਵਾਲੇ ਨੇ। ਕੀ ਰੱਖਣ ਵਾਲੇ ਨੇ ਆਪਾਂ ਦੇਖਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਜੋ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਪਟਿਆਲਾ 'ਚ ਇਸ ਦਾ ਹੈੱਡ ਆਫਿਸ ਹੁੰਦਾ, ਤੁਹਾਨੂੰ ਸਭ ਨੂੰ ਪਤਾ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕੀ ਹੋਣੀ ਚਾਹੀਦੀ, ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਮੀਨਸ ਤੁਸੀਂ ਕਿਸੇ ਵੀ ਯੂਨੀਵਰਸਿਟੀ ਤੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਇਹ ਗੱਲ ਤਾਂ ਤੁਸੀਂ ਯਾਦ ਰੱਖ ਲੈਣੀ, ਠੀਕ ਹੈ। ਉਸ ਤੋਂ ਇਲਾਵਾ ਫਸਟ ਕੀ ਹੋਣੀ ਚਾਹੀਦੀ ਤੁਹਾਡੇ ਕੋਲ, ਗ੍ਰੈਜੂਏਸ਼ਨ, ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਪਹਿਲੀ ਚੀਜ਼। ਤਾਂ ਦੂਸਰੀ ਚੀਜ਼ ਕੀ ਹੋਣੀ ਚਾਹੀਦੀ ਤੁਹਾਡੇ ਕੋਲ, ਦੂਸਰੀ ਚੀਜ਼ ਦਾ ਜੀ ਤੁਹਾਡੇ ਕੋਲ ਹੋਣਾ ਚਾਹੀਦਾ 120 ਘੰਟੇ ਦਾ ਕੰਪਿਊਟਰ ਸਰਟੀਫਿਕੇਟ, ਮੀਨਸ 120 ਘੰਟੇ ਦਾ ISO ਮਾਨਤਾ ਪ੍ਰਾਪਤ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ। ਇਹ ਮੇਜਰ ਦੋ ਚੀਜ਼ਾਂ ਨੇ ਜੋ ਕਿ ਤੁਹਾਨੂੰ ਇੱਕ ਐਲੀਜੀਬਲ ਬਣਾਉਂਦੀਆਂ ਨੇ ਕਿ ਤੁਸੀਂ ਇਸ ਐਕਸਾਈਜ਼ ਇੰਸਪੈਕਟਰ ਦਾ ਫਾਰਮ ਫਿਲ ਕਰ ਸਕਦੇ ਹੋ, ਠੀਕ ਹੈ। ਪਹਿਲੀ ਕੀ ਹੈ, ਗ੍ਰੈਜੂਏਸ਼ਨ ਚਾਹੀਦੀ ਤੁਹਾਨੂੰ, ਠੀਕ ਹੈ। ਦੂਸਰੀ ਕੀ ਚੀਜ਼ ਚਾਹੀਦੀ ਤੁਹਾਨੂੰ, 120 ਘੰਟੇ ਦਾ ਕੰਪਿਊਟਰ ਸਰਟੀਫਿਕੇਟ ਚਾਹੀਦਾ, ਠੀਕ ਹੈ। ਇਸ ਤੋਂ ਇਲਾਵਾ ਏਜ ਕ੍ਰਾਈਟੇਰੀਆ ਕਿੰਨਾ ਰਹਿਣ ਵਾਲਾ ਹੈ। ਜਰਨਲ ਉਮੀਦਵਾਰਾਂ ਲਈ ਏਜ ਕ੍ਰਾਈਟੇਰੀਆ 18 ਤੋਂ 37 ਸਾਲ। ਜਰਨਲ ਉਮੀਦਵਾਰਾਂ ਨੂੰ ਕੀ ਰਹਿਣ ਵਾਲਾ ਹੈ, 18 ਤੋਂ 37 ਸਾਲ, ਜੋ ਕਿ 1/1/22 ਦੇ ਅਕੋਰਡਿੰਗ ਹੀ ਰੱਖਣਗੇ। ਪਹਿਲਾਂ ਲਾਸਟ ਵਾਰੀ ਇਹਨਾਂ ਨੇ 1/1/21 ਦੇ ਅਕੋਰਡਿੰਗ ਰੱਖਿਆ ਸੀਗਾ, ਹੁਣ 1/1/22 ਦੇ ਅਕੋਰਡਿੰਗ ਰੱਖਣਗੇ। ਤਾਂ ਜਰਨਲ ਕੈਟਾਗਰੀ ਦਾ 18 ਤੋਂ 37 ਸਾਲ ਦਾ ਜੋ ਏਜ ਕ੍ਰਾਈਟੇਰੀਆ ਉਹ ਜਰਨਲ ਬੱਚਾ ਫਾਰਮ ਫਿਲ ਕਰ ਸਕਦਾ। ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਅਨੁਸੂਚਿਤ ਜਾਤੀਆਂ ਜਾਂ ਪਿਛੜੀ ਸ਼੍ਰੇਣੀ, ਠੀਕ ਹੈ, ਜਾਤੀਆਂ ਵਾਸਤੇ 42 ਸਾਲ ਉਮਰ ਰੱਖੀ ਹੈ, ਠੀਕ ਹੈ। ਉਸ ਤੋਂ ਇਲਾਵਾ ਇਹਨਾਂ ਨੇ ਕੋਈ ਵੀ ਗੌਰਮੈਂਟ ਇੰਪਲੋਈ ਫਾਰਮ ਫਿਲ ਕਰਦਾ ਤਾਂ 45 ਸਾਲ ਉਮਰ ਰੱਖੀ ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ। ਇਸ ਤੋਂ ਇਲਾਵਾ ਕੋਈ ਵੀ ਹੈਂਡੀਕੈਪਟ ਉਹਨਾਂ ਨੂੰ 47 ਈਅਰ ਤੱਕ ਹੈ। ਤਾਂ ਇਹ ਸੀ ਆਪਣਾ ਏਜ ਕ੍ਰਾਈਟੇਰੀਆ ਜੋ ਕਿ ਐਜ਼ ਇਟ ਸੇਮ ਰਹਿਣ ਵਾਲਾ। ਇੱਕ ਏਜ ਕ੍ਰਾਈਟੇਰੀਆ ਵਿੱਚ ਕੋਈ ਵੀ ਮੇਜਰ ਚੇਂਜ ਨਹੀਂ ਹੋਣ ਵਾਲਾ, ਠੀਕ ਹੈ। ਤੀਸਰੀ ਪੁਆਇੰਟ ਆ ਜਾਂਦਾ ਆਪਣੇ ਕੋਲ ਐਗਜ਼ਾਮ ਪੈਟਰਨ, ਸਭ ਤੋਂ ਵੱਡਾ ਐਗਜ਼ਾਮ ਪੈਟਰਨ ਪੁਆਇੰਟ ਹੈ, ਠੀਕ ਹੈ। ਲਾਸਟ ਵਾਰੀ ਕੀ ਸੀ, ਲਾਸਟ ਜੋ ਵੈਕੈਂਸੀਜ਼ ਆਊਟ ਹੋਈਆਂ ਸੀ, ਐਕਸਾਈਜ਼ ਇੰਸਪੈਕਟਰ ਦੇ ਨਾਲ ਇੱਕ ਇੰਡਸਟਰੀਅਲ ਆਫਿਸਰ, ਠੀਕ ਹੈ, ਇੱਕ ਬਲਾਕ ਲੈਵਲ ਆਫਿਸਰ ਦੀ ਵੈਕੈਂਸੀ ਵੀ ਆਈ ਸੀ। ਉਸ एग्जाम ਦੇ ਵਿੱਚ ਇੱਕ ਲਾਸਟ ਪੋਰਸ਼ਨ ਦਿੱਤਾ ਸੀ, ਉਹ ਉਹਨਾਂ ਦੇ ਰਿਲੇਟਡ ਸੀਗਾ, ਬਟ ਉਹ ਸਾਰਾ ਪੇਪਰ ਹੀ ਉਹਨਾਂ ਨੇ ਉਵੇਂ ਲਿਆ। ਐਕਸਾਈਜ਼ ਇੰਸਪੈਕਟਰ ਦਾ ਵੀ ਉਸੇ ਸਿਲੇਬਸ ਉੱਪਰ ਲਿਆ, ਠੀਕ ਹੈ। ਇੰਡਸਟਰੀਅਲ ਅਫਸਰ ਦਾ ਵੀ ਸੇਮ, ਕਿਉਂਕਿ ਇੱਕੋ ਪੇਪਰ ਲਿਆ ਸੀ ਤਿੰਨੋਂ ਵੈਕੈਂਸੀਜ਼ ਵਾਸਤੇ। ਬਟ ਇਸ ਵਾਰੀ ਐਕਸਾਈਜ਼ ਇੰਸਪੈਕਟਰ ਦਾ ਓਨਲੀ ਵੈਕੈਂਸੀ ਹੈ। ਤਾਂ ਲਾਸਟ ਪੁਆਇੰਟ ਜਿਹੜਾ ਮੈਂ ਦੱਸਾਂਗਾ ਮੇ ਬੀ ਉਹ ਨਾ ਹੋਵੇ, ਠੀਕ ਹੈ। ਬਾਕੀ ਜੋ ਜਰਨਲ ਪੈਟਰਨ ਰਹਿਣ ਵਾਲਾ ਹੈ ਉਹ ਆਪਾਂ ਡਿਸਕਸ਼ਨ ਕਰਨੇ ਆ ਕਿਹੜਾ ਪੈਟਰਨ ਰਹਿਣ ਵਾਲਾ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ, ਜਰਨਲ ਅਵੇਅਰਨੈਸ। ਲਾਸਟ ਟਾਈਮ ਕੀ ਹੋਇਆ ਸੀ, 120 ਮਾਰਕਸ ਦਾ ਪੇਪਰ ਹੋਇਆ ਸੀ। ਕਿੰਨੇ ਦਾ ਹੋਇਆ ਸੀ, 120 ਮਾਰਕਸ ਦਾ ਪੇਪਰ ਹੋਇਆ ਸੀਗਾ ਲਾਸਟ ਟਾਈਮ, 2021 ਦੀ ਗੱਲ ਕਰ ਰਿਹਾ ਮੈਂ, ਠੀਕ ਹੈ, 2021। ਤਾਂ ਤੁਸੀਂ ਇਸ ਦੇ ਅਕੋਰਡਿੰਗ ਆਪਣੀ ਤਿਆਰੀ ਕਰ ਸਕਦੇ ਹੋ, ਠੀਕ ਹੈ। ਜਰਨਲ ਨੌਲੇਜ ਜਾਂ ਅਵੇਅਰਨੈਸ, ਠੀਕ ਹੈ ਨਾ ਜੀ। ਇਸ ਵਿੱਚ ਸਭ ਤੋਂ ਪਹਿਲਾਂ ਕੀ ਸੀ, ਕਰੰਟ ਅਫੇਅਰ ਤੁਹਾਨੂੰ ਸਭ ਨੂੰ ਪਤਾ ਹੈ ਐਗਜ਼ਾਮ ਪੇਪਰ ਦੇ ਪੁਆਇੰਟ ਆਫ ਵਿਊ ਨਾਲ 6 ਮੰਥ ਦੇ ਕਰੰਟ ਅਫੇਅਰ ਕਾਫੀ ਜ਼ਿਆਦਾ ਇੰਪੋਰਟੈਂਟ ਰਹਿੰਦੇ ਨੇ। ਦੂਸਰੀ ਚੀਜ਼ ਕੀ ਹੁੰਦੀ ਹੈ, ਹਿਸਟਰੀ, ਜਿਓਗ੍ਰਾਫੀ ਆਫ ਇੰਡੀਆ, ਇਕਨੋਮਿਕਸ, ਠੀਕ ਹੈ, ਸੋਸ਼ਲ ਡਿਵੈਲਪਮੈਂਟ, knowledge related to political and scientific fields, sports, cinema, literature, ठीक है, important events, freedom and social movements, and the leaders of India and freedom, पंजाब सॉरी, ठीक है, सेंट्रल एंड स्टेट एग्जीक्यूटिव, मीन सारी पॉलिटी। कहने का मतलब है इन्होंने सारी पॉलिटी, सारी हिस्टरी, सारी जियोग्राफी, सारी इकनॉमिक्स, सारा करंट, सारा पंजाब, सारी साइंस तुसीं करके जानी है। ये तुहाडा मेजर है, तुसीं
ਜਨਰਲ ਨੌਲੇਜ ਤੇ ਜ਼ਿਆਦਾ ਧਿਆਨ ਦੇਣਾ ਹੈ, ਕਿਉਂਕਿ ਲਾਸਟ ਟਾਈਮ 15 ਮਾਰਕਸ ਦੀ ਆਈ ਸੀ, ਹੁਣ ਇਸ ਵਾਰੀ ਜਨਰਲ ਨੌਲੇਜ ਵੱਧ ਆਉਣ ਦੇ ਚਾਂਸ ਨੇ, ਹੋ ਸਕਦਾ 20 ਤੋਂ 25 ਮਾਰਕਸ ਦੀ ਜਨਰਲ ਨੌਲੇਜ ਆਵੇ ਪੇਪਰ 'ਚ। ਦੂਸਰੀ ਚੀਜ਼ ਇਹਨਾਂ ਪੁੱਛੀ ਸੀਗੀ ਨੂਮੈਰੀਕਲ ਐਬਿਲਿਟੀ। ਨੂਮੈਰੀਕਲ ਐਬਿਲਿਟੀ 'ਚ ਇਹਨਾਂ ਨੇ ਕੀ ਪੁੱਛਿਆ ਸੀ ਲਾਸਟ ਵਾਰੀ? ਸਿੰਪਲੀਫਿਕੇਸ਼ਨ, ਠੀਕ ਹੈ। ਇਸ ਤੋਂ ਇਲਾਵਾ ਪਰਸੈਂਟੇਜ ਹੋ ਗਿਆ, ਨੰਬਰ ਸਿਸਟਮ ਹੋ ਗਿਆ, LCF HCF ਹੋ ਗਿਆ, ਰੇਸ਼ੋ ਪ੍ਰਪੋਰਸ਼ਨ ਹੋ ਗਿਆ, ਨੰਬਰ ਸੀਰੀਜ਼ ਹੋ ਗਿਆ, ਐਵਰੇਜ ਹੋ ਗਿਆ, ਪ੍ਰੋਬਲਮ ਬੇਸਿਸ ਏजेस ਹੋ ਗਿਆ, ਠੀਕ ਹੈ। ਉਸ ਤੋਂ ਇਲਾਵਾ प्रॉफिट एंड लॉस हो गया, पार्टनरशिप हो गया, मिक्सचर हो गया, सिंपल एंड कंपाउंड इंटरेस्ट, वर्क एंड टाइम हो गया, ठीक है, टाइम एंड डिस्टेंस हो गया, मैंसुरेशन हो गया, डाटा इंटरप्रेशन मीनस DI हो गया। तो ये लास्ट बारी ऐसी 15 नंबर था, मीनस तुसी पूरा अर्थमैटिकल मैथ करके जाना है, ठीक है। 2D मैंसुरेशन पेपर आएगा, ठीक है। जिस तो इलावा DI के थोड़े सम करके जाने ने, तो मेजर ध्यान थोड़ा मैथ से भी जाना चाहिए, क्योंकि मैथ भी इंपॉर्टेंट सैक्शन इस पेपर था, ठीक है। उस तो इलावा अपने को आ जाता रीजनिंग। रीजनिंग मेनली रीजनिंग पूछी आती है इन्होंने वर्बल रीजनिंग की पूछा इन्होंने, कोडिंग डिकोडिंग एनालॉजी क्लासिफिकेशन सीरीज हो गया, ठीक है, डायरेक्शन हो गया, रिलेशन हो गया, रिलेशन हो गया, ठीक है, मैथमेटिकल ऑपरेशंस हो गया, टाइम्स टेस्ट हो गया, ऑड मैन आउट हो गया, ठीक है। नॉन वर्बल विच इन्होंने सीरीज एनालॉगी एंड क्लासिफिकेशन हो गया। इन्हें रीजनिंग सी 10 मार्क्स की रीजनिंग आई सी। उस तो बाद आप गल करिए लैंग्वेज की गल करिए, तो 10 नंबर की पंजाबी, 10 की इंग्लिश आई सी, मीनस 10 की पूरी पंजाबी की लैंग्वेज आएगी, ठीक है, जिस पूरा अपन व्याकरण पूछी जाएगी, इंग्लिश की ग्रामर पूरी आएगी 10 मार्क्स की, ठीक है, जिंदे पूरा अपने को वन वर्ड सब सिनोनियम स्टोनियम हो गया, ठीक है, पूरा ग्रामर चैक हो गया, उस तो इलावा स्पैल चैक हो गया, A to Z चीज़ां अपन पेपर पूछिया जाएंगियां। इस तो बाद अपने को आ जाता है कंप्यूटर। कंप्यूटर लास्ट बार इन्होंने 10 मार्क्स का पाया सी, जिंदे च इन्होंने मेनली कंप्यूटर फंडामेंटल उपर गल की सी, ठीक है। उस तो इलावा MS वर्ड के उपर गल की सी, पावर पॉइंट उपर गल की सी, स्प्रैडशीट के उपर गल की सी। तो तुहानूं कंप्यूटर जिहड़ा है फंडामेंटल कंप्यूटर अच्छी तरह आना चाहिए, ठीक है। इस तो इलावा आप गल करिए हिस्टरी, पंजाब हिस्टरी एंड कल्चर स्पैशल तौर पर मैंशन किया है, ठीक है। पंजाब हिस्टरी ते कल्चर इन्होंने 10 मार्क्स का लास्ट बारी पाया सी, तो तुसीं पंजाब GK भी चंगी तरह करके जानी है, ठीक है। इस तो इलावा ये वाला टैक्सेशन आ सकता है, टैक्सेशन आ सकता है, बट ये वाला हो सकता है 8th पॉइंट ना भी 8th पॉइंट देख सकते हो, इंडस्ट्रियल प्रमोशन एंड डेवलपमेंट हो सकता है ये वाला पोर्शन ना आए, एंड जो ये 20 नंबर का विचों कट्टिया जाए, ठीक है, एंड जो 120 मार्क्स का पेपर है वो 100 मार्क्स का रह जाए, क्योंकि लास्ट वार ही ये वाला जो लास्ट 8th पॉइंट है ये स्पैशली इंडस्ट्रियल ऑफिसर की वैकेंसी विच सी, ब्लॉक लैवल वैकेंसी ऑफ विच सी, तां करके इन्होंने स्पैशल पोर्शन मैंशन किया सी, बट इस बारी हो सकता ना आए। बस तुसीं ਜਿਹੜੇ भी पहले 7 पॉइंट दिते ने, पहले 7 पॉइंट दिते हैं, तुसीं इन्हां उपर चंगी तरह अपनी नज़र मारनी, ठीक है, चंगी तरह इन्होंने तैयार करना है, क्योंकि नोटिफिकेशन विद इन 10 to 15 डेज आ सकती है। PSSB बोर्ड इसनूं जारी कर सकता है, ठीक है। इस तो इलावा आप गल करते हैं कि नैगेटिव मार्किंग बिल्कुल यस, नैगेटिव मार्किंग रहेगी कितनी 0.25 नैगेटिव मार्किंग ताड़ी रहेगी, ठीक है राजे। इस अलावा फीस, फॉर्म फीस कितनी होगी राजे? फॉर्म फीस 1000 रुपये जनरल वास्ते, 1000 रुपये, ठीक है, SC एंड BC वास्ते 250 रुपये। इस तो इलावा 1000 रुपये जनरल वास्ते, जो सी एक्साइज इंस्पैक्टर फॉर्म फिल करना है, ठीक है। इस तो इलावा SC एंड BC वास्ते 250 रुपये। उस तो इलावा साबका फौजी मीनस एक्स और उसमें डिपेंडेंट वास्ते 200 रुपये, एंड फिजिकल हैंडीकैप्ड वास्ते 500 रुपये। ये लास्ट वारी एज फीस क्राइटेरिया सी, इस बारी भी सेम रहने के चांस ने, कोई भी इहदे मेजर चेंज नहीं होगा, ठीक है। उस तो बाद आप गल करते हैं एग्जाम टिप्स। सब तो पहला तो एग्जाम टिप तुहाडे कोल की है, तुसीं अपना कह दो भी माइंड सैट करके इकागर होके स्टडी करो, क्योंकि जो तुहाड़ियां लत्तां 3-4 थावां ते हुंदियां ने उस बंदे कोल स्टडी नहीं हुंदी, ठीक है। एक जरनल सिलेबस माइंड विच रख लो। जरनल सिलेबस की किहड़ी दी गल कर रहा मैं? जरनल सिलेबस की गल कर रहा। फर्स्ट जिवें आ गया GK, ठीक है, GK नूं माइंड च रख लो अपनी। GK तुसीं हिस्टरी, इंडियन हिस्टरी होगी, पॉलिटी होगी, ठीक है, उस तो इलावा जियोग्राफी होगी, इकनॉमिक्स होगी, साइंस होगी, ठीक है, पंजाब GK होगी। ये चीज़ां दा तुसीं पूरी तरह ही चंगी तरह कर लो। मैथ हो गया, रीजनिंग होगी, इंग्लिश होगी, पंजाबी हो गया, कंप्यूटर होगी, ठीक है, कंप्यूटर हो गया, सारिया चीज़ां तुसीं जिहड़ियां चंगी तरह अपने जरनल सिलेबस नूं चंगी तरह कर लो, क्योंकि जरनल सिलेबस हर पेपर पूछा जाता है। कोई थोड़ा बहुत 10-20 नंबर का इधर उधर होंदा है, बट जरनल सिलेबस 80% हर पेपर आउंदा ही आउंदा है। जिन्ना चिर तुसीं अपने बेसिस क्लीयर नहीं करते, बेसिक क्लीयर करोगे तां ही तुसीं पेपर कर सकते हो, ठीक है। तो 2-3 चीज़ां तुहानूं अपनियां छड्डणियां पैणियां, ठीक है। एक तुहानूं आपदा रिश्तेदारी आंढ गुआंढ दीयां गल्लां छड्डोगे तां स्टडी होवेगी, ठीक है। दूसरा
ਫੋਨ ਕਾਲ ਫ੍ਰੀ ਦੀਆਂ ਸਲਾਹਾਂ ਲੈਣੀਆਂ ਛੱਡੋਗੇ ਤਾਂ ਸਟੱਡੀ ਹੋਵੇਗੀ, ਠੀਕ ਹੈ। ਇਸ ਤੋਂ ਇਲਾਵਾ ਜੋ ਅਫਵਾਹਾਂ ਨਿਊਜ਼ ਚੈਨਲ 'ਤੇ ਚੱਲਦੀਆਂ ਨੇ, ਠੀਕ ਹੈ, ਜਾਂ ਕਹਿ ਦਿਓ ਵੀ ਹਾਂ ਨਹੀਂ ਕੁਛ ਹੋਣਾ, ਉਹ ਨਹੀਂ ਹੋਣਾ, ਬਸ ਇਹਨਾਂ ਨੋਟੀਫਿਕੇਸ਼ਨ ਛਾਪਤੀ, ਹੁਣ ਕਦੋਂ ਪੇਪਰ ਹੋਣਾ, ਇਹ ਸਭ ਕੁਝ ਤੋਂ ਗੱਲਾਂ ਤੋਂ ਬਾਹਰ ਆਓਗੇ ਤਾਂ ਕੁਛ ਬਣੇਗਾ, ਠੀਕ ਹੈ। ਜ਼ਰੂਰ ਇਹ ਆਪਾਂ ਮੰਨਣੇ ਆ, ਇਹ ਆਪਾਂ ਮੰਨਣੇ ਆ ਵੀ ਲਾਸਟ ਟਾਈਮ ਸਰਕਾਰ ਨੇ ਜੁਆਇਨਿੰਗਸ ਨਹੀਂ ਦਿੱਤੀਆਂ, ਉਵੇਂ ਹੀ ਛੱਡ ਕੇ ਵਿੱਚ ਅਧੂਰਾ ਛੱਡ ਕੇ ਚਲੇਗੀ, ਬਟ ਆਪ ਦੀ ਸਰਕਾਰ ਨੂੰ ਇੱਕ 92 ਸੀਟਸ ਤੁਸੀਂ ਦਿੱਤੀਆਂ ਨੇ, ਤੁਸੀਂ ਖੁਦ ਦੀ ਸਰਕਾਰ ਨੂੰ ਚੁਣਿਆ ਹੈ ਤੇ ਸਰਕਾਰ 100% ਕੰਮ ਕਰੇਗੀ, ਠੀਕ ਹੈ। ਤੁਸੀਂ ਥੋੜ੍ਹਾ ਬਹੁਤ ਵਿਸ਼ਵਾਸ ਕਰਕੇ ਰੱਖੋ। ਬਾਕੀ ਜਿੰਨਾ ਤੁਸੀਂ ਇੱਧਰ ਉੱਧਰ ਦੀਆਂ ਫਾਲਤੂ ਅਫਵਾਹਾਂ 'ਤੇ ਧਿਆਨ ਰੱਖਦੇ ਹੋ, ਉਹਨਾਂ ਤੁਸੀਂ ਆਪਣੀ ਸਟੱਡੀ 'ਤੇ ਧਿਆਨ ਰੱਖੋ, ਠੀਕ ਹੈ। ਕਿਉਂਕਿ ਵਿਦਿਨ 3 ਮੰਥ ਇਹਨਾਂ ਨੇ ਪੇਪਰ ਲੈਣੇ ਸਟਾਰਟ ਕਰ ਦੇਣੇ ਨੇ। ਵਾਰ-ਵਾਰ ਇਹ ਟਾਈਮ ਨਹੀਂ ਆਉਣਾ, ਵਾਰ-ਵਾਰ ਐਕਸਾਈਜ਼ ਇੰਸਪੈਕਟਰ ਨਹੀਂ ਆਉਣਾ, ਵਾਰ-ਵਾਰ ਗ੍ਰਾਮ ਸੇਵਕ ਨਹੀਂ ਆਉਣਾ, ਵਾਰ-ਵਾਰ ਕਹਿ ਦਿਓ ਵੀ ਸੀਨੀਅਰ ਅਸਿਸਟੈਂਟ ਨਹੀਂ ਆਉਣਾ, ਠੀਕ ਹੈ। ਵਾਰ-ਵਾਰ ਪੰਜਾਬ ਕੋਆਪਰੇਟਿਵ ਬੈਂਕ ਦੀ ਵੈਕੈਂਸੀਜ਼ ਨਹੀਂ ਆਉਣੀ, ਠੀਕ ਹੈ। ਤਾਂ ਇੱਕ ਡਿਪਾਰਟਮੈਂਟ ਕੋਲ ਵੈਕੈਂਸੀਜ਼ ਉਨੀਆਂ ਹੀ ਹੁੰਦੀਆਂ ਨੇ, ਠੀਕ ਹੈ। ਇਹ ਨਹੀਂ ਇੱਕ ਹੁਣ 107 ਆ ਗਿਆ, ਨੈਕਸਟ ਟਾਈਮ 107 ਆਉਣਗੀਆਂ, ਨਹੀਂ, ਹੋ ਸਕਦਾ ਨੈਕਸਟ ਟਾਈਮ 20 ਆਉਣ, 30 ਆਉਣ। ਤੁਸੀਂ ਦੇਖ ਲਓ ਸਾਰਾ ਪੰਜਾਬ ਫਿਲ ਕਰਦਾ ਪੋਸਟਾਂ, ਠੀਕ ਹੈ। ਤਾਂ ਤੁਸੀਂ ਆਪਣਾ ਧਿਆਨ ਪੂਰੀ ਤਰ੍ਹਾਂ ਸਟੱਡੀ 'ਤੇ ਲਾਓ ਅਤੇ ਵੱਧ ਤੋਂ ਵੱਧ 8 ਤੋਂ 10 ਘੰਟੇ ਸਟੱਡੀ 'ਤੇ ਲਾਓ। ਤਾਂ ਮਿਨੀਮਮ ਡੇਲੀ ਦੇ 4 ਸਬਜੈਕਟ ਕਰੋ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਇਹੀ ਐਗਜ਼ਾਮ ਟਿਪਸ ਮੇਨ ਆਪਣੇ ਕੋਲ, ਠੀਕ ਹੈ। ਐਗਜ਼ਾਮ ਟਿਪਸ ਇਹੀ ਮੇਨ ਹੈ। ਨੋਟੀਫਿਕੇਸ਼ਨ ਡੇਟ 15 ਤੋਂ 20 ਦਿਨਾਂ 'ਚ ਨੋਟੀਫਿਕੇਸ਼ਨ ਆ ਜਾਵੇਗਾ, ਠੀਕ ਹੈ। 15 ਦਿਨਾਂ 'ਚ ਉਮੀਦ ਹੈ PEET ਬੋਰਡ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ, ਠੀਕ ਹੈ। 2-3 ਨੋਟੀਫਿਕੇਸ਼ਨਾਂ ਬਹੁਤ ਜਲਦੀ ਆਉਣਗੀਆਂ, ਜਿਵੇਂ ਕਿ ਆਪਣੇ ਕੋਲ ਹੈਗਾ ਗ੍ਰਾਮ ਸੇਵਕ ਹੋ ਗਿਆ, ਠੀਕ ਹੈ। ਗ੍ਰਾਮ ਸੇਵਕ ਹੋ ਗਿਆ। ਦੂਸਰਾ ਆ ਗਿਆ ਆਪਣੇ ਕੋਲ ਪੰਜਾਬ ਕੋਆਪਰੇਟਿਵ ਬੈਂਕ ਆ ਗਿਆ। ਤੀਸਰਾ ਆਪਣੇ ਕੋਲ ਆ ਗਿਆ ਐਕਸਾਈਜ਼ ਇੰਸਪੈਕਟਰ ਆ ਗਿਆ, ਠੀਕ ਹੈ। ਸੌਰੀ। ਤਾਂ ਇਹ ਵੈਕੈਂਸੀਜ਼ ਜਲਦੀ ਆਉਣਗੀਆਂ, ਤੁਸੀਂ ਆਪਣੀ ਧਿਆਨ ਪੂਰੀ ਤਰ੍ਹਾਂ ਰੱਖੋ, ਠੀਕ ਹੈ। ਇਸ ਤੋਂ ਇਲਾਵਾ ਜਿਵੇਂ ਤੁਸੀਂ ਸਟੱਡੀ ਕਰ ਰਹੇ ਹੋ ਉਵੇਂ ਕੰਟੀਨਿਊ ਰੱਖੋ ਸਟੱਡੀ ਨੂੰ, ਠੀਕ ਹੈ। ਆਪਣੇ ਕਨਸੈਪਟ ਨੂੰ ਕਲੀਅਰ ਕਰੋ, ਰਿਵੀਜ਼ਨ ਕਰਦੇ ਰਿਹਾ ਕਰੋ ਡੇਲੀ ਦੀ, ਠੀਕ ਹੈ। ਅਤੇ ਇੱਧਰ ਉੱਧਰ ਦੀਆਂ ਖਿਆਲ, ਇੱਧਰ ਦੀਆਂ ਗੱਲਾਂ, ਇੱਧਰ ਦੇ ਫ੍ਰੀ ਦੀਆਂ ਸਲਾਹਾਂ, ਰਿਸ਼ਤੇਦਾਰਾਂ ਦੀਆਂ ਸਲਾਹਾਂ, ਉਹ ਨਹੀਂ ਹੋਣਾ, ਆਹ ਨਹੀਂ ਹੋਣਾ, ਮੈਂ ਤਾਂ ਆਪਣੇ ਮੁੰਡੇ ਨੂੰ ਬਾਹਰ ਭੇਜਤਾ, ਜੇ ਉਹ ਗੱਲਾਂ ਤੋਂ ਥੋੜ੍ਹਾ ਬਹੁਤ ਬਾਹਰ ਆਓ ਕਿ ਤਾਂ ਹੀ ਤੁਸੀਂ ਤਿਆਰੀ ਕਰ ਸਕਦੇ ਹੋ, ਠੀਕ ਹੈ। ਥੈਂਕ ਯੂ ਰਾਜ, ਬੈਸਟ ਆਫ ਲੱਕ।